ਨਮਸਕਾਰ, ਆਦਾਬ ਤੇ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਨਵੀਂ ਦਿਸ਼ਾ ਦੇ ਵਿੱਚ ਮੈਂ ਮੁਹੰਮਦ ਇਮਤਿਆਜ਼ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਕਿ ਕਾਨੂੰਨ ਦੇ ਖੇਤਰ ਦੇ ਵਿੱਚ ਕਿਹੋ ਜਿਹਾ ਕਰੀਅਰ ਮੌਜੂਦ ਹੈ। ਜਿਹੜੇ ਨੌਜਵਾਨ ਕਾਨੂੰਨ ਦੀ ਪੜ੍ਹਾਈ ਕਰ ਰਹੇ ਨੇ ਜਾਂ ਕਾਨੂੰਨ ਦੇ ਖੇਤਰ ਦੇ ਵਿੱਚ ਜਾਣਾ ਚਾਹੁੰਦੇ ਨੇ, ਕਿਹੋ ਜਿਹੀਆਂ ਨੌਕਰੀਆਂ ਮਿਲ ਸਕਦੀਆਂ ਨੇ ਉਹਨਾਂ ਨੂੰ ਤੇ ਕਿਹੋ ਜਿਹਾ ਕੰਮ ਉਹ ਕਰ ਸਕਦੇ ਨੇ, ਇਸ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਡਾਕਟਰ ਗੁਰਪ੍ਰੀਤ ਕੌਰ, ਜੋ ਕਿ ਐਸੋਸੀਏਟ ਪ੍ਰੋਫੈਸਰ ਨੇ ਲਾਅ ਦੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ। ਮੈਡਮ, ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿੱਚ। ਧੰਨਵਾਦ ਸਰ, ਧੰਨਵਾਦ ਤੁਹਾਡਾ ਮੈਨੂੰ ਸਟੂਡੀਓ ਵਿੱਚ ਬੁਲਾਉਣ ਵਾਸਤੇ। ਮੈਂ ਇੱਥੇ ਆ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਜੀ ਸ਼ੁਕਰੀਆ। ਆਮ ਜਿਹੜਾ ਵਿਅਕਤੀ ਆ ਉਹਨੂੰ ਨਹੀਂ ਪਤਾ ਕਿ ਕਾਨੂੰਨ ਦੀ ਪੜ੍ਹਾਈ ਦੇ ਵਿੱਚ ਪੜ੍ਹਾਇਆ ਕੀ ਜਾਂਦਾ ਹੈ, ਤੇ ਇਹਦੇ ਵਿੱਚ ਜੋ ਕਾਨੂੰਨ ਦੀ ਪੜ੍ਹਾਈ ਬੱਚੇ ਕਰਦੇ ਨੇ ਉਹਨਾਂ ਨੂੰ ਕੀ ਸਿਖਾਇਆ ਜਾਂਦਾ ਹੈ? ਸਰ, ਇਹਦੇ ਸਭ ਤੋਂ ਪਹਿਲੇ ਸਾਨੂੰ ਦੱਸਿਆ ਜਾਂਦਾ ਹੈ ਕਿ ਸਾਡੇ ਦੇਸ਼ ਦਾ ਸੰਵਿਧਾਨ ਕੀ ਹੈ, ਸੰਵਿਧਾਨ ਦੇ ਵਿੱਚ ਸਾਡੇ ਕਿਹੜੇ-ਕਿਹੜੇ ਹੱਕ ਹੈ, ਕਿਹੜੀਆਂ-ਕਿਹੜੀਆਂ ਡਿਊਟੀਜ਼ ਹੈ, ਜਾਂ ਸਰਕਾਰ ਦੀਆਂ ਕਿਹੜੀਆਂ-ਕਿਹੜੀਆਂ ਡਿਊਟੀਜ਼ ਨੇ, ਉਹ ਦੱਸਿਆ ਜਾਂਦਾ ਹੈ। ਜੀ, ਤੇ ਇਹਦੇ ਵਿੱਚ ਕੋਰਸਿਸ ਕਿਹੜੇ-ਕਿਹੜੇ ਉਪਲਬਧ ਨੇ? ਜੇਕਰ ਕੋਈ ਬੱਚਾ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ, ਐਡਵੋਕੇਟ ਬਣਨਾ ਚਾਹੁੰਦਾ ਹੈ ਜਾਂ ਹੋਰ ਕੋਈ ਕੰਮ ਇਸ ਖੇਤਰ ਦੇ ਵਿੱਚ ਕਰਨਾ ਚਾਹੁੰਦਾ ਹੈ, ਤਾਂ ਉਹਨੂੰ ਕਿਸ ਤਰ੍ਹਾਂ ਦੇ ਕੋਰਸ ਕਰਨੇ ਪੈਂਦੇ ਨੇ? ਸਰ, ਇਸ ਤੋਂ ਬਾਅਦ ਸਾਡੇ ਕੋਲ 2 ਆਪਸ਼ਨਸ ਹੈਗੀਆਂ। +2 ਤੋਂ ਬਾਅਦ BA LLB ਇੰਟੀਗ੍ਰੇਟਿਡ ਕੋਰਸ, ਜਿਹੜਾ ਕਿ 5 ਸਾਲ ਦਾ ਹੁੰਦਾ ਹੈ, ਉਹ ਕੀਤਾ ਜਾ ਸਕਦਾ ਹੈ। ਅਗਰ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ 3 ਸਾਲ ਦਾ ਕੋਰਸ ਹੈ LLB ਦਾ, ਉਹ ਕੀਤਾ ਜਾ ਸਕਦਾ ਹੈ। LLB ਤੋਂ ਬਾਅਦ LLM ਮਾਸਟਰਸ ਆਫ ਲਾਅ, ਤੇ ਜੇ ਕੋਈ ਰਿਸਰਚ ਅੱਗੇ ਜਾਣਾ ਚਾਹੁੰਦਾ ਤਾਂ PhD ਇਨ ਲਾਅ ਕਰ ਸਕਦਾ ਹੈ। ਜੀ, ਤੁਸੀਂ ਦੱਸਿਆ ਕਿ ਇੱਕ ਤਾਂ +2 ਕਰਨ ਤੋਂ ਬਾਅਦ ਜਿਹੜਾ ਹੈ ਲਾਅ ਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ, 5 ਸਾਲ ਦਾ ਕੋਰਸ ਕੀਤਾ ਜਾ ਸਕਦਾ ਹੈ, ਤੇ ਇੱਕ ਜਿਹੜਾ ਹੈ 3 ਸਾਲ ਦਾ ਕੋਰਸ ਹੁੰਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ। ਤਾਂ ਕੀ +2 ਜਾਂ ਗ੍ਰੈਜੂਏਸ਼ਨ ਦੇ ਵਿੱਚ ਕੋਈ ਖਾਸ ਸਬਜੈਕਟ ਹੋਣੇ ਜ਼ਰੂਰੀ ਨੇ ਲਾਅ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ? ਜੀ ਸਰ, ਉਹਦੇ 'ਚ BA LLB ਜਿਵੇਂ ਮੈਂ ਦੱਸਿਆ ਇੰਟੀਗ੍ਰੇਟਿਡ ਕੋਰਸ ਹੈ, ਤਾਂ ਪਹਿਲੇ 3 ਸਾਲ ਦੇ ਵਿੱਚ ਨਾਲ BA ਦੇ ਸਬਜੈਕਟਸ ਵੀ ਪੜ੍ਹਾਏ ਜਾਂਦੇ ਆ, ਜਿਵੇਂ ਕਿ ਪੋਲੀਟੀਕਲ ਸਾਇੰਸ ਹੋ ਗਿਆ, ਹਿਸਟਰੀ ਹੋ ਗਿਆ, ਇਕਨੋਮਿਕਸ ਹੋ ਗਿਆ, ਇੰਗਲਿਸ਼ ਹੋ ਗਿਆ, ਇਹ ਵਾਲੇ BA ਦੇ ਸਬਜੈਕਟ ਪੜ੍ਹਾਏ ਜਾਂਦੇ ਆ ਉਹਦੇ 'ਚ। ਜੀ, ਪਰ ਜਿਹੜੇ ਲਾਅ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਵਿਦਿਆਰਥੀ, ਕਿ ਜੇਕਰ ਉਹ +2 ਪਾਸ ਕਰਦੇ ਨੇ, ਉਹਨਾਂ ਨੂੰ ਕੋਈ ਖਾਸ ਜਿਹੜੇ ਸਬਜੈਕਟਸ +2 ਤੱਕ ਪੜ੍ਹਨੇ ਚਾਹੀਦੇ ਨੇ ਜਾਂ BA ਤੱਕ ਪੜ੍ਹਨੇ ਚਾਹੀਦੇ ਨੇ ਤਾਂ ਕਿ ਉਹ ਲਾਅ ਦੇ ਵਿੱਚ ਐਡਮਿਸ਼ਨ ਲੈ ਸਕਣ, ਜਾਂ ਫਿਰ ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਵੇ? ਕੋਈ ਵੀ ਗ੍ਰੈਜੂਏਸ਼ਨ ਕੀਤੀ ਹੋਵੇ ਸਰ, ਉਹ ਐਡਮਿਸ਼ਨ ਲੈ ਸਕਦਾ ਹੈ, ਪਰ ਅਗਰ ਉਹਨੇ ਪੋਲੀਟੀਕਲ ਸਾਇੰਸ ਪੜ੍ਹੀ ਹੋਏਗੀ, ਹਿਸਟਰੀ ਪੜ੍ਹੀ ਹੋਏਗੀ, ਤਾਂ ਇਹ ਉਹਦੇ 'ਚ ਮਦਦ ਕਰੇਗਾ ਜਦੋਂ ਉਹ ਲਾਅ ਪੜ੍ਹੇਗਾ। ਜੀ, ਤਾਂ ਮੇਰਾ ਖਿਆਲ ਹੈ ਇਹਨਾਂ ਕੋਰਸਿਸ ਵਿੱਚ ਐਡਮਿਸ਼ਨ ਲੈਣ ਦੇ ਲਈ ਕੁਝ ਐਂਟਰੈਂਸ ਐਗਜ਼ਾਮੀਨੇਸ਼ਨਸ ਵੀ ਹੁੰਦੇ ਨੇ? ਜੀ ਸਰ, ਜਿਸ ਤਰ੍ਹਾਂ ਕਲੈਟ ਦਾ ਐਗਜ਼ਾਮ ਹੁੰਦਾ ਹੈ, ਜੀ, ਉਸ ਤੋਂ ਬਾਅਦ ਆਲ ਇੰਡੀਆ ਲਾਅ ਐਂਟਰੈਂਸ ਹੁੰਦਾ ਹੈ। ਇਹ ਨੈਸ਼ਨਲ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਟੈਸਟ ਹੈਗੇ ਆ। ਇਸ ਤੋਂ ਇਲਾਵਾ ਯੂਨੀਵਰਸਿਟੀਜ਼ ਆਪਣੇ ਲੈਵਲ ਦਾ ਵੀ ਟੈਸਟ ਰੱਖਦੀਆਂ ਨੇ, ਤੇ ਉਹਨਾਂ ਦੇ ਜਿਹੜੇ ਐਫੀਲੀਏਟਿਡ ਕਾਲਜਿਸ ਹੈ ਉਹਨਾਂ 'ਚ ਐਡਮਿਸ਼ਨਸ ਲੈਣ ਵਾਸਤੇ, ਜਿਵੇਂ ਆਰਮੀ ਇੰਸਟੀਚਿਊਟ ਆਫ ਇੰਡੀਆ ਹੋ ਗਿਆ। ਜੀ, ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਜਿਹੜੀ ਲਾਅ ਦੀ ਪੜ੍ਹਾਈ ਕਰਵਾਈ ਜਾਂਦੀ ਹੈ? ਕਿਹੜੀਆਂ ਯੂਨੀਵਰਸਿਟੀਜ਼ ਦੇ ਵਿੱਚ ਜਿਹੜਾ ਬੱਚਾ ਐਡਮਿਸ਼ਨ ਲੈ ਸਕਦਾ ਹੈ? ਸਰ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋ ਗਈ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਹੋ ਗਈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੁਣ ਪ੍ਰਾਈਵੇਟ ਯੂਨੀਵਰਸਿਟੀਜ਼ ਵੀ ਹੈਗੀਆਂ ਜਿਹੜੀਆਂ ਕਿ ਲਾਅ ਦੀ ਪੜ੍ਹਾਈ ਕਰਵਾਉਂਦੀਆਂ ਨੇ। ਜੀ, ਮਤਲਬ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਹਰ ਇੱਕ ਸ਼ਹਿਰ ਦੇ ਵਿੱਚ ਲਾਅ ਦੀ ਪੜ੍ਹਾਈ ਕਰਾਈ ਜਾਂਦੀ ਹੈ। ਜੀ, ਤੇ ਜਿਹੜਾ ਇੰਟੀਗ੍ਰੇਟਿਡ ਲਾਅ ਹੈ, ਕੀ ਉਹ ਵੀ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਮੌਜੂਦ ਹੈ ਜਾਂ ਕਿਸੇ ਖਾਸ ਇੰਸਟੀਚਿਊਟਸ ਦੇ ਵਿੱਚ ਹੀ ਸਿਰਫ ਉਪਲਬਧ ਹੈ? ਨਹੀਂ ਸਰ, ਉਹ ਸਾਰੇ ਹੀ ਨਾਲ BA LLB ਤੇ LLB ਦੋਨੋਂ ਕੋਰਸਿਸ ਇਕੱਠੇ ਹੀ ਚੱਲਦੇ ਆ। ਜਿਸ ਤਰ੍ਹਾਂ ਸੈਂਟਰਲ ਯੂਨੀਵਰਸਿਟੀਜ਼ ਹੈਗੀਆਂ, ਉਹਨਾਂ ਦੇ ਵਿੱਚ ਮਾਸਟਰਸ ਪਲੱਸ ਰਿਸਰਚ ਦਾ ਕੰਮ ਜ਼ਿਆਦਾ ਕਰਵਾਇਆ ਜਾਂਦਾ, ਉਹਨਾਂ 'ਚ ਇਹ ਕੋਰਸਿਸ ਨਹੀਂ ਹਨ। ਜੀ, ਅੱਛਾ, ਜਿਹੜੇ ਬੱਚੇ ਜਾਂ ਵਿਦਿਆਰਥੀ ਐਡਮਿਸ਼ਨ ਲੈਣਾ ਚਾਹੁੰਦੇ ਨੇ ਲਾਅ ਦੇ ਵਿੱਚ, ਤਾਂ ਐਂਟਰੈਂਸ ਐਗਜ਼ਾਮੀਨੇਸ਼ਨ ਦੀ ਤਿਆਰੀ ਦੇ ਲਈ ਉਹਨਾਂ ਨੂੰ ਕਿਹੜੇ ਸਬਜੈਕਟਸ ਜਿਹੜੇ ਤਿਆਰ ਕਰਨੇ ਚਾਹੀਦੇ ਆ, ਕਿਸ ਤਰ੍ਹਾਂ ਉਹਨਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ, ਕੀ ਚੀਜ਼ਾਂ ਜਿਹੜੀਆਂ ਪੜ੍ਹਨੀਆਂ ਚਾਹੀਦੀਆਂ ਨੇ? ਜਿਸ ਤਰ੍ਹਾਂ ਆਪਾਂ ਕਲੈਟ ਦੇ ਐਗਜ਼ਾਮ ਦੀ ਗੱਲ ਕੀਤੀ ਹੈ, ਤਾਂ ਉਹਦੇ 'ਚ ਮੇਨਲੀ ਜਿਹੜੇ ਹੈ ਜਰਨਲ ਇੰਗਲਿਸ਼ ਹੋ ਗਈ, ਇਸ ਤੋਂ ਇਲਾਵਾ ਲੀਗਲ ਰੀਜ਼ਨਿੰਗ ਹੋ ਗਈ, ਪਲੱਸ ਇਹਦੇ ਨਾਲ ਹੋਰ ਜਿਹੜੇ ਸਬਜੈਕਟ ਹੈ ਕੌਨਸਟੀਟਿਊਸ਼ਨਲ ਲਾਅ ਹੋ ਗਿਆ ਜਾਂ ਹੋਰ ਐਡਮਿਨਿਸਟ੍ਰੇਟਿਵ ਲਾਅ ਹੋ ਗਿਆ, ਇਹਨਾਂ ਸਬਜੈਕਟਸ ਦੀ ਤਿਆਰੀ ਉਹਨਾਂ ਨੂੰ ਕਰਨੀ ਪੈਂਦੀ ਹੈ। ਜੀ, ਕੋਰਸਿਸ ਤੋਂ ਬਾਅਦ ਆਪਾਂ ਜੌਬ ਪ੍ਰੋਸਪੈਕਟਸ ਦੇ ਉੱਪਰ ਆਉਂਦੇ ਹਾਂ ਕਿ ਲਾਅ ਦੀ ਡਿਗਰੀ ਜਦੋਂ ਬੱਚੇ ਨੇ ਕਰ ਲਈ ਤਾਂ ਉਸ ਤੋਂ ਬਾਅਦ ਉਹ ਆਪਣੇ ਫੀਲਡ ਦੇ ਵਿੱਚ ਨਿਕਲਦਾ, ਤਾਂ ਕਿਸ ਤਰ੍ਹਾਂ ਦੀਆਂ ਨੌਕਰੀਆਂ ਉਹਦੇ ਲਈ ਉਪਲਬਧ ਨੇ ਜਿਹਦੇ ਵਿੱਚ ਉਹ ਜਾ ਸਕਦਾ ਹੈ? ਸਰ, ਲਾਅ ਦੀ ਪੜ੍ਹਾਈ ਕਰਨ ਤੋਂ ਬਾਅਦ ਸਭ ਤੋਂ ਪਹਿਲੇ ਅਸੀਂ ਵਕੀਲ ਬਣ ਸਕਦੇ ਹਾਂ। ਵਕੀਲ ਬਣਨ ਵਾਸਤੇ ਬਾਰ ਕੌਂਸਲ ਆਫ ਇੰਡੀਆ ਤੋਂ ਤੁਹਾਨੂੰ ਪਹਿਲੇ ਲਾਇਸੈਂਸ ਲੈਣਾ ਪਏਗਾ। ਲਾਇਸੈਂਸ ਲੈਣ ਤੋਂ ਬਾਅਦ ਤੁਹਾਨੂੰ ਬਾਰ ਦਾ ਐਗਜ਼ਾਮ ਦੇਣਾ ਪਏਗਾ। ਐਗਜ਼ਾਮ ਦੇਣ ਤੋਂ ਬਾਅਦ ਜਿਹੜੀ ਆਪਣੀ ਪ੍ਰੈਕਟਿਸ ਹੈ ਉਹ ਸ਼ੁਰੂ ਕਰ ਸਕਦੇ ਹਾਂ। ਜੇ ਕੋਈ ਜੱਜ ਬਣਨਾ ਚਾਹੁੰਦਾ ਹੈ ਤਾਂ ਜੱਜ ਦਾ ਐਗਜ਼ਾਮ ਦੇ ਕੇ, ਸਟੇਟ ਜੁਡੀਸ਼ੀਅਲ ਸਰਵਿਸਿਜ਼ ਦਾ ਐਗਜ਼ਾਮ ਦੇ ਕੇ ਜੱਜ ਵੀ ਬਣ ਸਕਦਾ ਹੈ ਡਿਸਟ੍ਰਿਕਟ ਕੋਰਟ ਦਾ। ਜੀ, ਪੰਜਾਬ ਦੇ ਵਿੱਚ ਮੇਰਾ ਖਿਆਲ ਹੈ PCS ਜੁਡੀਸ਼ੀਅਲ ਸਰਵਿਸ ਜਿਹੜੀ ਹੈਗੀ ਆ, ਇਹ ਉਹਦੇ ਰਾਹੀਂ ਪੰਜਾਬ ਦੇ ਵਿੱਚ ਜੱਜ ਬਣਿਆ ਜਾ ਸਕਦਾ ਹੈ। ਜੀ ਸਰ,
ਤੇ ਜੇ ਕੋਈ ਹਾਈ ਕੋਰਟ ਦਾ ਜੱਜ ਬਣਨਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਅਗਰ ਉਹ ਪ੍ਰੈਕਟਿਸ ਕਰ ਰਿਹਾ ਤਾਂ 10 ਸਾਲ ਦੀ ਪ੍ਰੈਕਟਿਸ ਤੋਂ ਬਾਅਦ ਉਹ ਜੱਜ ਦਾ ਐਗਜ਼ਾਮ ਦੇ ਕੇ ਜੱਜ ਬਣ ਸਕਦਾ ਹੈ ਜੀ। ਔਰ ਅਗਰ ਕੋਈ ਸੁਪਰੀਮ ਕੋਰਟ ਦਾ ਬਣਨਾ ਚਾਹੁੰਦਾ ਜੱਜ ਤਾਂ ਸੇਮ ਇਹੀ ਚੀਜ਼ ਹੈ ਕਿ ਉਹਦੀ 10 ਸਾਲ ਦੀ ਪ੍ਰੈਕਟਿਸ ਹੋਵੇ ਜਾਂ 10 ਸਾਲ ਉਹ ਹਾਈ ਕੋਰਟ ਦੇ ਵਿੱਚ ਚੀਫ ਜੁਡੀਸ਼ੀਅਲ ਕੰਮ ਕਰਕੇ ਆਇਆ ਹੋਵੇ ਤਾਂ ਸੁਪਰੀਮ ਕੋਰਟ ਦਾ ਜੱਜ ਵੀ ਬਣ ਸਕਦਾ ਹੈ। ਵਕੀਲ ਤੇ ਜੱਜ ਤੋਂ ਬਿਨਾਂ ਹੋਰ ਬੜੀਆਂ ਸਾਰੀਆਂ ਆਪਸ਼ਨਸ ਹੈ ਜੋ ਕਿ ਲਾਅ ਦੀ ਪੜ੍ਹਾਈ ਤੋਂ ਬਾਅਦ ਖੁੱਲ੍ਹ ਜਾਂਦੀਆਂ, ਜਿਵੇਂ ਕਿ CBI ਹੋ ਗਿਆ। CBI ਦੇ ਵਿੱਚ ਉਹ ਅਸਿਸਟੈਂਟ ਪ੍ਰੋਸੀਕਿਊਸ਼ਨ ਆਫਿਸਰ ਬਣ ਸਕਦਾ ਹੈ। ਉਸ ਤੋਂ ਇਲਾਵਾ ਪ੍ਰੋਸੀਕਿਊਸ਼ਨ ਆਫਿਸਰ ਜਿਹੜਾ ਉਹ ਬਣ ਸਕਦਾ ਹੈ। ਇਸ ਤੋਂ ਇਲਾਵਾ ਸਰ ਇੱਕ ADA ਦੇ ਐਗਜ਼ਾਮਸ ਹੁੰਦੇ ਆ, ਜਿਸ ਤਰ੍ਹਾਂ ਐਡੀਸ਼ਨਲ ਡਿਸਟ੍ਰਿਕਟ ਅਟਾਰਨੀ ਹੋ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਉਹ ਐਗਜ਼ਾਮ ਵੀ ਦਿੱਤੇ ਜਾ ਸਕਦੇ ਆ। ਇਸ ਤੋਂ ਬਿਨਾਂ ADJ ਦੇ ਐਗਜ਼ਾਮਸ ਹੁੰਦੇ ਆ, ਉਹ ਐਗਜ਼ਾਮ ਵੀ ਦੇ ਸਕਦਾ ਲਾਅ ਦੀ ਪੜ੍ਹਾਈ ਕਰਕੇ। ਇਸ ਤੋਂ ਇਲਾਵਾ ਅਗਰ ਅਸੀਂ ਕੋਰਟਸ ਤੋਂ ਪਰੇ ਜਾ ਕੇ ਸੋਚੀਏ ਤਾਂ ਬੈਂਕਸ ਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਲਾਅ ਦੀ ਪੜ੍ਹਾਈ ਕੀਤੇ ਹੋਏ ਪਰਸਨ ਵਾਸਤੇ। ਜਿਵੇਂ ਕਿ RBI ਸਾਡਾ ਸਭ ਤੋਂ ਵੱਡਾ ਬੈਂਕ ਹੈ, ਤਾਂ ਉਹਦੇ 'ਚ ਵੀ ਲੀਗਲ ਆਫਿਸਰ ਦੀ ਜਿਹੜੀ ਹੈ ਪੋਸਟ ਹੈ। ਇਹ ਹਰ ਸਾਲ ਵੈਕੈਂਸੀ ਨਿਕਲਦੀ ਹੈ। ਕੋਈ ਵੀ ਪਰਸਨ LLB ਕਰਨ ਤੋਂ ਬਾਅਦ ਵੀ ਇਹਦੇ 'ਚ ਜਾ ਸਕਦਾ ਹੈ, ਜਾਂ LLM ਕੀਤੀ ਹੈ ਤਾਂ ਵੀ ਜਾ ਸਕਦਾ ਹੈ, ਔਰ PhD ਕੀਤੀ ਹੈ ਤਾਂ ਵੀ ਜਾ ਸਕਦਾ ਹੈ। ਇਹਦੇ ਨਾਲ ਇੱਕ ਏਜ ਦਿੱਤੀ ਹੋਈ ਹੈ ਕਿ ਅਗਰ LLB ਕੀਤੀ ਹੈ ਤਾਂ 30 ਇਅਰਸ ਏਜ ਹੈ, ਔਰ ਅਗਰ ਮਾਸਟਰਸ ਕੀਤੀ ਹੈ ਤਾਂ 35 ਤੇ PhD ਕੀਤੀ ਹੈ ਤਾਂ 38 ਇਅਰਸ ਜਿਹੜੀ ਏਜ ਲਿਮਿਟ ਹੈ ਉਹਦੇ ਵਾਸਤੇ। ਇਸ ਤੋਂ ਬਿਨਾਂ SEBI ਜਿਵੇਂ ਸਟੇਟ ਐਕਸਚੇਂਜ ਬੋਰਡ ਆਫ ਇੰਡੀਆ, ਉਹਦੇ 'ਚ ਵੀ ਲੀਗਲ ਆਫਿਸਰ ਬਣ ਸਕਦਾ ਹੈ। ਇਸ ਤੋਂ ਇਲਾਵਾ ਬਾਕੀ ਬੈਂਕਸ ਦੇ ਵਿੱਚ ਵੀ ਸਪੈਸ਼ਲਿਸਟ ਆਫਿਸਰਸ ਹੁੰਦੇ ਆ ਹਰ ਬੈਂਕ ਦੇ ਵਿੱਚ। ਉਹਦੇ 'ਚ ਕੀ ਹੈ, ਮੈਕਸੀਮਮ 30 ਈਅਰ ਏਜ ਹੈ, ਐਕਸਪੀਰੀਅੰਸ 2 ਜਾਂ 3 ਇਅਰਸ ਜਿਹੜਾ ਉਹ ਕਾਊਂਟ ਕਰ ਲੈਂਦੇ ਆ। ਇਸ ਤੋਂ ਇਲਾਵਾ ਅਗਰ ਕੋਈ ਆਰਮੀ 'ਚ ਜਾਣਾ ਚਾਹੁੰਦਾ ਹੈ ਤਾਂ ਆਰਮੀ ਦੇ ਵਿੱਚ ਵੀ ਜੱਜ ਐਡਵੋਕੇਟ ਜਨਰਲ, ਜਿਹਨੂੰ ਅਸੀਂ JAG ਕਹਿੰਦੇ ਹਾਂ, ਉੱਥੇ ਕੀ ਹੁੰਦਾ, ਸਿਰਫ ਇੰਟਰਵਿਊ ਹੁੰਦੀ ਹੈ। ਉਸ ਇੰਟਰਵਿਊ ਨੂੰ ਸਰਵਿਸ ਸਿਲੈਕਸ਼ਨ ਬੋਰਡ ਕਿਹਾ ਜਾਂਦਾ ਹੈ। ਇਹਦੇ 'ਚ ਪਰ ਮੈਕਸੀਮਮ ਏਜ ਜਿਹੜੀ ਉਹ 27 ਈਅਰ ਹੀ ਹੈ। ਇਸ ਤੋਂ ਇਲਾਵਾ ਜੂਨੀਅਰ ਲੀਗਲ ਆਫਿਸਰਸ ਹੁੰਦੇ ਆ, ਜਿਹੜੇ ਕਿ ਸਿਵਲ ਮੈਟਰਸ ਦੇ ਵਿੱਚ ਅਗਰ ਜਾਣਾ ਚਾਹੁੰਦੇ ਆ ਤਾਂ ਉਹ ਜੂਨੀਅਰ ਲੀਗਲ ਆਫਿਸਰ ਦਾ ਐਗਜ਼ਾਮ ਦੇ ਦਿੰਦੇ ਆ। ਅਗਰ ਕੋਈ ਕ੍ਰਿਮੀਨਲ ਮੈਟਰ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹ ਅਸਿਸਟੈਂਟ ਪ੍ਰੋਸੀਕਿਊਸ਼ਨ ਆਫਿਸਰ ਦੇ ਐਗਜ਼ਾਮ ਜਿਹੜਾ ਹੈ ਉਹ ਦੇ ਸਕਦਾ ਹੈ। ਇਹਦੇ 'ਚ ਫੀਮੇਲ ਵਾਸਤੇ ਜਿਹੜੀ ਏਜ ਹੈ ਉਹ 45 ਈਅਰ ਹੈ, ਮੇਲ ਵਾਸਤੇ 40 ਈਅਰਸ ਹੈ, ਇਹਨਾਂ ਦੋਨਾਂ ਐਗਜ਼ਾਮਸ ਦੇ ਵਿੱਚ। ਇਸ ਤੋਂ ਬਿਨਾਂ ਇੰਡੋ ਤਿੱਬਤਨ ਪੁਲਿਸ ਫੋਰਸ, ਇਹ ਐਗਜ਼ਾਮ ਹੁੰਦਾ ਹੈ, ਇਹ ਪੈਰਾਮਿਲਟਰੀ ਦੇ ਅੰਡਰ ਆਉਂਦਾ ਹੈ, ਨਾਲ ਅੰਡਰ ਹੋਮ ਮਿਨਿਸਟਰੀ, ਕਿ ਹੋਮ ਮਿਨਿਸਟਰੀ ਇਹਦਾ ਐਗਜ਼ਾਮ ਲੈਂਦੀ ਹੈ। ਇਹ ਹਰ ਈਅਰ ਵੈਕੈਂਸੀ ਨਹੀਂ ਨਿਕਲਦੀ, ਆਫਟਰ 2-3 ਈਅਰਸ ਬਾਅਦ ਇਹ ਵੈਕੈਂਸੀ ਜਿਹੜੀ ਹੈ ਨਿਕਲਦੀ ਹੈ। ਤਾਂ ਉਹਦੇ 'ਚ ਇਹਦੀ ਕੁਆਲੀਫਿਕੇਸ਼ਨ ਜਿਹੜੀ ਹੈ ਮਾਸਟਰ ਡਿਗਰੀ ਹੈ, ਪਲੱਸ 5 ਈਅਰ ਦਾ ਐਕਸਪੀਰੀਅੰਸ ਚਾਹੀਦਾ ਹੈ। ਸਭ ਤੋਂ ਪਹਿਲੇ ਇਹਦੇ 'ਚ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਲੈਂਦੇ ਆ, ਨਾਲ ਫਿਰ ਰਿਟਨ ਐਗਜ਼ਾਮ ਹੁੰਦਾ ਤੇ ਇੰਟਰਵਿਊ ਹੁੰਦੀ ਹੈ ਉਸ ਤੋਂ ਬਾਅਦ। ਇਸ ਵੇ ਦੇ ਨਾਲ ਇਹਦੀ ਸਿਲੈਕਸ਼ਨ ਜਿਹੜੀ ਹੈ ਹੁੰਦੀ ਹੈ। ਜਿਸ ਤਰ੍ਹਾਂ ਲੀਗਲ ਐਡਵਾਈਜ਼ਰਸ ਹੁੰਦੇ ਆ ਕੰਪਨੀਜ਼ ਦੇ ਵਿੱਚ, ਫਰਮਸ ਦੇ ਵਿੱਚ। ਇਸ ਤੋਂ ਬਿਨਾਂ ਇੱਕ ਕੋਸਟ ਗਾਰਡ ਹੁੰਦੇ ਆ, ਜਿਹੜੇ ਕੋਸਟਲ ਏਰੀਆ ਦੇ ਵਿੱਚ ਵੀ ਲੀਗਲ ਆਫਿਸਰਸ ਦੀ ਅਪਾਇੰਟਮੈਂਟ ਹੁੰਦੀ ਹੈ ਜੀ। ਇਹਨਾਂ ਤੋਂ ਇਲਾਵਾ ਵੀ ਲੀਗਲ ਜੌਬਸ ਹੈਗੀਆਂ ਰੈਲੇਵੈਂਟ ਡਿਪਾਰਟਮੈਂਟਸ ਦੇ ਵਿੱਚ, ਜਿਸ ਤਰ੍ਹਾਂ ਸਟੇਟ ਇਲੈਕਟ੍ਰਿਸਿਟੀ ਬੋਰਡ ਹੋ ਗਿਆ, ਐਜੂਕੇਸ਼ਨ ਡਿਪਾਰਟਮੈਂਟ ਹੋ ਗਿਆ, ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਹੋ ਗਿਆ। ਇੱਥੇ ਵੀ ਲੀਗਲ ਐਡਵਾਈਜ਼ਰ ਦੀ ਜ਼ਰੂਰਤ ਹੈ ਜੀ। ਹੁਣ ਜੇ ਆਪਾਂ ਅਕੈਡਮਿਕਸ ਵੱਲ ਆ ਜਾਈਏ ਤਾਂ ਉੱਥੇ ਐਜ਼ ਏ ਅਸਿਸਟੈਂਟ ਪ੍ਰੋਫੈਸਰ ਜੌਬ ਸ਼ੁਰੂ ਕੀਤੀ ਜਾ ਸਕਦੀ ਹੈ, ਪਰ ਉਹਦੇ ਵਾਸਤੇ LLB, ਮਾਸਟਰ ਡਿਗਰੀ ਪਲੱਸ PhD ਜਿਹੜੀ ਹੈ ਉਹ ਚਾਹੀਦੀ ਹੈ ਜੀ। ਅਸਿਸਟੈਂਟ ਪ੍ਰੋਫੈਸਰ ਵਾਸਤੇ PhD ਡਿਗਰੀ ਦੀ ਜ਼ਰੂਰਤ ਨਹੀਂ ਹੈ, ਲਾਅ ਪਲੱਸ LLM ਇਹ ਇਨਫ ਹੈ ਉਹਦੇ ਵਾਸਤੇ। ਉਸ ਤੋਂ ਬਾਅਦ ਜਿਹੜਾ ਤੁਹਾਡਾ ਐਕਸਪੀਰੀਅੰਸ ਹੋ ਜਾਂਦਾ 8 ਇਅਰਸ ਦਾ, ਤਾਂ ਤੁਸੀਂ ਐਸੋਸੀਏਟ ਪ੍ਰੋਫੈਸਰ ਵਾਸਤੇ ਐਲੀਜੀਬਲ ਹੋ ਜਾਂਦੇ ਹੋ। ਜੇ 10 ਇਅਰਸ ਦਾ ਹੋ ਜਾਂਦਾ ਤਾਂ ਪ੍ਰੋਫੈਸਰ ਵਾਸਤੇ ਐਲੀਜੀਬਲ ਹੋ ਜਾਂਦੇ ਹੋ। ਇਸ ਤੋਂ ਇਲਾਵਾ ਵੀ ਲੀਗਲ ਜਰਨਲਿਸਟ ਤੇ ਲੀਗਲ ਐਨਾਲਿਸਟ ਦੀ ਜਿਹੜੀ ਹੈ ਉਹ ਜੌਬ ਹੈਗੀ ਹੈ। ਜੇ ਕਿਸੇ ਨੂੰ ਰਿਸਰਚ 'ਚ ਸ਼ੌਂਕ ਹੈ ਜਾਂ ਕੋਈ ਬਹੁਤ ਵਧੀਆ ਲਿਖਦਾ, ਉਹਦੀ ਰਾਈਟਿੰਗ ਸਕਿੱਲ ਬਹੁਤ ਅੱਛੀ ਹੈ, ਤਾਂ ਉਹ ਇਹਨਾਂ ਫੀਲਡ ਦੇ ਵਿੱਚ ਜਾ ਸਕਦਾ ਹੈ, ਲੀਗਲ ਜਰਨਲਿਸਟ ਤੇ ਲੀਗਲ ਐਨਾਲਿਸਟ ਦੇ ਵਿੱਚ ਜੀ। ਪਹਿਲਾਂ ਆਪਾਂ ਐਡਵੋਕੇਟ ਦੇ ਲਈ ਆਪਾਂ ਗੱਲ ਕਰਦੇ ਹਾਂ ਕਿ ਕੋਈ ਜੇਕਰ ਲਾਅ ਦਾ ਸਟੂਡੈਂਟ ਐਡਵੋਕੇਟ ਬਣਨਾ ਚਾਹੁੰਦਾ ਤਾਂ ਉਹ ਕੋਰਸ ਕੰਪਲੀਟ ਕਰਨ ਤੋਂ ਬਾਅਦ ਅੱਗੇ ਦਾ ਕੀ ਪ੍ਰੋਸੈਸ ਹੁੰਦਾ ਕਿ ਜਿਹਦੇ ਵਿੱਚ ਉਹਨੂੰ ਗੁਜ਼ਰਨਾ ਪਵੇ ਆਪਣੀ ਪ੍ਰੈਕਟਿਸ ਸਟਾਰਟ ਕਰਨ ਦੇ ਲਈ? ਸਰ, ਪਹਿਲੇ ਉਹਨੂੰ ਬਾਰ ਕੌਂਸਲ ਆਫ ਇੰਡੀਆ ਤੋਂ ਲਾਇਸੈਂਸ ਲੈਣਾ ਪੈਂਦਾ ਜੀ। ਲਾਇਸੈਂਸ ਲੈਣ ਤੋਂ ਬਾਅਦ ਉਹ ਜਿਹੜੀ ਬਾਰ ਦੇ ਵਿੱਚ ਕਰਨਾ ਚਾਹੁੰਦਾ ਪ੍ਰੈਕਟਿਸ, ਉੱਥੋਂ ਦਾ ਐਗਜ਼ਾਮ ਦੇ ਕੇ ਉਹ ਆਪਣੀ ਪ੍ਰੈਕਟਿਸ ਸ਼ੁਰੂ ਕਰ ਲੈਂਦਾ ਜੀ। ਜਨਰਲੀ ਜਿਹੜੇ ਪਰਸਨਸ ਹੁੰਦੇ ਉਹ ਪਹਿਲੇ ਇੰਟਰਨਸ਼ਿਪ ਕਰ ਲੈਂਦੇ, ਕਿਸੇ ਵੱਡੇ ਲਾਇਰ ਦੇ ਨੀਚੇ ਐਜ਼ ਏ ਅਸਿਸਟੈਂਟ ਕੰਮ ਕਰ ਲੈਂਦੇ, ਤਾਂ ਕਿ ਉਹਨਾਂ ਨੂੰ ਪ੍ਰੈਕਟੀਕਲ ਨੌਲੇਜ ਹੋ ਜੇ ਕਿ ਅਸੀਂ ਕਿਵੇਂ ਅੱਗੇ ਕੰਮ ਕਰਨਾ ਜੀ। ਜਿਹੜੇ ਪ੍ਰੈਕਟਿਸ ਕਰਦੇ ਹੁੰਦੇ ਆ ਲਾਇਰ, ਤਾਂ ਇਹ ਦੱਸੋ ਕਿ ਜੇਕਰ ਕੋਈ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਵਿੱਚ ਡਾਇਰੈਕਟ ਵੀ ਪ੍ਰੈਕਟਿਸ ਕਰ ਸਕਦਾ ਹੈ ਜਾਂ ਫਿਰ ਉਹਦੇ ਲਈ ਕਿਸੇ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ? ਸਰ, ਉਹਦੇ ਵਾਸਤੇ ਜਿਸ ਤਰ੍ਹਾਂ ਸਟੇਟ ਬਾਰ ਐਗਜ਼ਾਮ ਦੱਸਿਆ ਮੈਂ ਤੁਹਾਨੂੰ, ਉਹ ਐਗਜ਼ਾਮ ਦੇਣਾ ਪੈਂਦਾ ਹੈ। ਉਹ ਐਗਜ਼ਾਮ ਤੋਂ ਬਾਅਦ ਉਹ ਪ੍ਰੈਕਟਿਸ ਕਰ ਸਕਦਾ ਹੈ ਹਾਈ ਕੋਰਟ ਦੇ ਵਿੱਚ ਜੀ। ਤੇ ਸੁਪਰੀਮ ਕੋਰਟ ਦੇ ਵਿੱਚ?
ਉਹਦੇ ਵਾਸਤੇ ਸਰ ਕ੍ਰਾਈਟੇਰੀਆ ਇੱਕ ਹੈਗਾ, ਉਹ ਕ੍ਰਾਈਟੇਰੀਆ ਉਹਨੂੰ ਫੋਲੋ ਕਰਨਾ ਪੈਂਦਾ ਹੈ। ਜੀ। ਤੇ ਜੇਕਰ ਆਪਾਂ ਇਹ ਗੱਲ ਕਰੀਏ ਕਿ ਉਹਨੇ ਡਿਗਰੀ ਤਾਂ ਕਰ ਲਈ ਤੇ ਪ੍ਰੈਕਟਿਸ ਵੀ ਕਰਨ ਲੱਗ ਪਿਆ, ਪਰ ਇਹਨਾਂ ਅਕੈਡਮਿਕ ਕੁਆਲੀਫਿਕੇਸ਼ਨ ਤੋਂ ਇਲਾਵਾ ਜਾਂ ਇਸ ਪ੍ਰੋਸੈਸ ਦੇ ਵਿੱਚ ਨਿਕਲਣ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਇੱਕ ਵਿਅਕਤੀ ਦੇ ਵਿੱਚ ਕਿਹੜੇ ਐਡੀਸ਼ਨਲ ਗੁਣ ਹੋਣੇ ਚਾਹੀਦੇ ਆ ਇੱਕ ਚੰਗਾ ਲਾਇਰ ਬਣਨ ਦੇ ਲਈ, ਕਿਉਂਕਿ ਅਸੀਂ ਦੇਖਦੇ ਹਾਂ ਬਹੁਤ ਸਾਰੇ ਲਾਇਰ ਨੇ ਜਿਹੜੇ ਕਿ ਬਹੁਤ ਇੰਡੀਆ ਦੇ ਵਿੱਚ ਪ੍ਰੋਮੀਨੈਂਟ ਪਰਸਨੈਲਿਟੀਜ਼ ਨੇ ਅਤੇ ਉਹਨਾਂ ਨੂੰ ਪੂਰੇ ਜਿਹੜਾ ਦੇਸ਼ ਜਾਣਦਾ ਹੈ ਅਤੇ ਉਹਨਾਂ ਦੇ ਕਾਨੂੰਨ ਦੀ ਜਿਹੜੀ ਜਾਣਕਾਰੀ ਵੀ ਉਹਨਾਂ ਕੋਲ ਬਹੁਤ ਹੁੰਦੀ ਹੈ ਅਤੇ ਸੁਪਰੀਮ ਕੋਰਟ ਤੱਕ ਉਹ ਜਾਣੇ ਜਾਂਦੇ ਨੇ। ਅਤੇ ਕੀ ਉਹ ਜਿਹੇ ਗੁਣ ਹੁੰਦੇ ਨੇ ਜਿਹੜੇ ਕਿ ਵਿਅਕਤੀ ਨੂੰ ਲਾਅ ਦੇ ਖੇਤਰ ਦੇ ਵਿੱਚ ਬਹੁਤ ਅੱਗੇ ਤੱਕ ਲੈ ਕੇ ਜਾਂਦੇ? ਸਰ ਸਭ ਤੋਂ ਪਹਿਲੇ ਤਾਂ ਉਹਦਾ ਓਨੈਸਟ ਹੋਣਾ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਕੰਮ ਦੇ ਪ੍ਰਤੀ ਓਨੈਸਟ ਹੋਵੇ। ਆਮ ਤੌਰ 'ਤੇ ਸਮਝਿਆ ਜਾਂਦਾ ਕਿ ਸ਼ਾਇਦ ਜਿਹੜੇ ਵਕੀਲ ਨੇ ਉਹ ਝੂਠ ਦੇ ਉੱਪਰ ਆਧਾਰਿਤ ਜਿਹੜਾ ਉਹ ਇਹ ਇੱਕ ਮਿਸਪਰਸੈਪਸ਼ਨ ਹੈ ਸਮਾਜ ਦੇ ਵਿੱਚ। ਮੇਰਾ ਖਿਆਲ ਇੱਥੇ ਇਹ ਗੱਲ ਕਲੀਅਰ ਕਰਨ ਦੀ ਵੀ ਲੋੜ ਹੈ। ਹਾਂਜੀ ਸਰ, ਜੇ ਤੁਸੀਂ ਕੰਮ ਦੇ ਪ੍ਰਤੀ ਆਪਣੇ ਓਨੈਸਟ ਹੋ ਤਾਂ ਹੀ ਕੰਮ ਨੂੰ ਕਰ ਸਕੋਗੇ ਤੁਸੀਂ। ਇੱਕ ਸਭ ਤੋਂ ਪਹਿਲੇ ਜਿਹੜਾ ਕਲਾਇੰਟ ਆਉਂਦਾ ਉਹਨੂੰ ਕਲੀਅਰ ਇਹ ਗੱਲ ਕਰਨੀ ਚਾਹੀਦੀ ਕਿ ਆਪਾਂ ਕਿਸ ਲੈਵਲ 'ਤੇ ਖੜੇ ਹਾਂ, ਔਰ ਉਸ ਤੋਂ ਬਾਅਦ ਇੱਕ ਕ੍ਰਿਟੀਕਲ ਥਿੰਕਿੰਗ ਬਹੁਤ ਜ਼ਰੂਰੀ ਹੈ ਕਿ ਹਰ ਚੀਜ਼ ਦੇ ਦੋਨੋਂ ਪੱਖ ਦੇਖਣੇ ਕਿ ਇਹਦੇ 'ਚ ਪੋਜ਼ੀਟਿਵ ਕੀ ਹੈ ਅਤੇ ਇਹਦੇ 'ਚ ਨੈਗੇਟਿਵ ਕੀ ਹੈ। ਇਹ ਕੁਆਲਿਟੀ ਹੋਣਾ ਮੇਰੇ ਖਿਆਲ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇੱਕ ਲਾਇਰ ਦੇ ਵਿੱਚ। ਜੀ। ਅਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲਾਇਰਸ ਨੇ ਜਿਹੜੇ ਬਹੁਤ ਜ਼ਿਆਦਾ ਪੈਸੇ ਕਮਾ ਰਹੇ ਨੇ, ਤਾਂ ਉਹਦੇ ਪਿੱਛੇ ਕੀ ਗੁਣ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਕਿ ਕੋਈ ਵਿਦਿਆਰਥੀ ਕੋਈ ਲਾਅ ਕਰ ਰਿਹਾ ਉਹਨੂੰ ਆਪਣੇ ਅੰਦਰ ਪੈਦਾ ਕਰਨੇ ਚਾਹੀਦੇ ਨੇ? ਸਰ ਮਿਹਨਤ। ਜੀ। ਇਸ ਕੰਮ ਦੇ ਵਿੱਚ ਸਰ ਮਿਹਨਤ ਬਹੁਤ ਜ਼ਰੂਰੀ ਹੈ। ਮਤਲਬ ਲਾਅ ਸਾਡੇ ਇੰਡੀਆ ਦਾ ਇੰਨਾ ਕੁ ਵਾਸਟ ਹੈ ਕਿ ਅਸੀਂ ਜਿੰਨਾ ਪੜ੍ਹ ਲਈਏ ਓਨਾ ਹੀ ਘੱਟ ਹੈ। ਅੱਜ ਮੈਨੂੰ ਇਸ ਫੀਲਡ 'ਚ 12 ਸਾਲ ਹੋ ਗਏ, ਬਟ ਫਿਰ ਵੀ ਮੈਂ ਇਹ ਨਹੀਂ ਕਹਿ ਸਕਦੀ ਮੈਨੂੰ 100% ਲਾਅ ਦੀ ਨੌਲੇਜ ਹੈ। ਜੀ ਜੀ। ਕਿਉਂਕਿ ਡੇਲੀ ਇਹ ਅਮੈਂਡ ਹੁੰਦਾ, ਕਿਸੇ ਨਾ ਕਿਸੇ ਚੀਜ਼ 'ਚ ਅਮੈਂਡਮੈਂਟ ਹੁੰਦੀ ਹੈ, ਚੇਂਜ ਹੁੰਦੀ ਹੈ, ਤਾਂ ਇਹਦੇ 'ਤੇ ਇੱਕ ਮਿਹਨਤ ਜਿਹੜੀ ਹੈ ਨਾ, ਕੰਟੀਨਿਊਟੀ ਆਪਾਂ ਕਹਿ ਸਕਦੇ ਹਾਂ। ਇਹ ਨਹੀਂ ਕਿ ਅੱਜ ਮਿਹਨਤ ਕਰ ਲਈ ਅਤੇ ਕੱਲ੍ਹ ਨਹੀਂ, ਕੰਟੀਨਿਊਲੀ ਪੜ੍ਹਨਾ ਇਹਦੇ 'ਤੇ ਬਹੁਤ ਜ਼ਰੂਰੀ ਹੈ। ਜੀ, ਕੰਟੀਨਿਊਲੀ ਰੋਜ਼ ਨਵੀਆਂ ਜੱਜਮੈਂਟਸ ਆਉਂਦੀਆਂ ਨੇ, ਰੋਜ਼ ਜਿਹੜੇ ਕਾਨੂੰਨ ਚੇਂਜ ਹੁੰਦੇ ਨੇ ਅਤੇ ਉਹਦੇ ਬਾਰੇ ਅਪਡੇਸ਼ਨ ਜਿਹੜੀ ਜ਼ਰੂਰੀ ਹੈ ਮੇਰਾ ਖਿਆਲ ਹੈ। ਹਾਂਜੀ, ਇਹ ਬਹੁਤ ਤੁਸੀਂ ਇੰਪੋਰਟੈਂਟ ਜਿਹੜੀ ਗੱਲ ਕੀਤੀ ਹੈ। ਅਤੇ ਜੇਕਰ ਆਪਾਂ ਐਡਵੋਕੇਟ ਤੋਂ ਹੁਣ ਜੱਜ ਵਾਲੇ ਪਾਸੇ ਆਈਏ ਕਿ ਜੇਕਰ ਕੋਈ ਵਿਅਕਤੀ ਜਿਹੜਾ ਵਿਦਿਆਰਥੀ ਹੈ ਲਾਅ ਦਾ ਉਹ ਜੱਜ ਬਣਨਾ ਚਾਹੁੰਦਾ ਤਾਂ ਉਹਦੇ ਲਈ ਉਹਨੂੰ ਕੀ ਕਰਨਾ ਪੈਂਦਾ? ਸਰ ਉਹਨੂੰ ਸਟੇਟ ਜੁਡੀਸ਼ਰੀ ਸਰਵਿਸਿਜ਼ ਦੇ ਐਗਜ਼ਾਮਸ ਹੁੰਦੇ ਆ, ਉਹ ਐਗਜ਼ਾਮ ਜਿਹੜੇ ਆ ਦੇਣੇ ਪੈਣਗੇ। ਉਹ ਐਗਜ਼ਾਮ ਤੋਂ ਬਾਅਦ ਇੰਟਰਵਿਊ ਕੰਡਕਟ ਹੁੰਦੀ ਹੈ, ਫਿਰ ਉਹ ਜੱਜ ਦੀ ਪੋਸਟ 'ਤੇ ਲੱਗ ਸਕਦਾ ਹੈ, ਜਿਹੜੀਆਂ ਡਿਸਟ੍ਰਿਕਟ ਕੋਰਟਸ ਹੁੰਦੀਆਂ ਜੀ। ਔਰ ਅਗਰ ਉਹ ਹਾਈ ਕੋਰਟ ਦੇ ਵਿੱਚ ਲੱਗਣਾ ਚਾਹੁੰਦਾ ਹੈ ਤਾਂ ਉਹਦਾ ਕੀ ਹੈ ਕਿ ਉਹਨੂੰ 10 ਸਾਲ ਤੱਕ ਜਿਹੜੀ ਹੈ ਪ੍ਰੈਕਟਿਸ ਕੀਤੀ ਹੋਵੇ ਉਹਨੇ, ਜਾਂ ਲੋਅਰ ਕੋਰਟ ਦੇ ਵਿੱਚ ਉਹਨੇ ਐਜ਼ ਏ ਜੱਜ ਕੰਮ ਕੀਤਾ ਹੋਵੇ ਤਾਂ ਹਾਈ ਕੋਰਟ ਦਾ ਜੱਜ ਲੱਗ ਸਕਦਾ ਹੈ। ਇਸੇ ਹੀ ਤਰ੍ਹਾਂ ਸੇਮ ਕੰਡੀਸ਼ਨ ਜਿਹੜੀਆਂ ਸੁਪਰੀਮ ਕੋਰਟ ਦੀਆਂ ਹੈਗੀਆਂ ਜੀ। ਮਤਲਬ ਕਿ ਸਿਰਫ ਐਗਜ਼ਾਮ ਦੇ ਰਾਹੀਂ ਹੀ ਨਹੀਂ, ਜੇਕਰ ਕੋਈ ਐਡਵੋਕੇਟ ਵੀ ਆਪਣੀ ਪ੍ਰੈਕਟਿਸ ਕਰ ਰਿਹਾ, ਲੰਬੀ ਪ੍ਰੈਕਟਿਸ ਹੈ ਉਹਦੀ, ਅਤੇ ਉਹ ਇੱਕ ਚੰਗਾ ਵਕੀਲ ਮੰਨਿਆ ਜਾਂਦਾ ਤਾਂ ਉਹ ਜਿਹੜਾ ਜੱਜ ਬਣ ਸਕਦਾ ਹੈ। ਹਾਂਜੀ, ਠੀਕ ਹੈ। ਜੱਜ ਬਣਨ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੀਆਂ ਮੇਰਾ ਖਿਆਲ ਹੈ ਸਰਕਾਰੀ ਨੌਕਰੀਆਂ ਮੌਜੂਦ ਨੇ ਜਿਹੜੀਆਂ ਇੱਕ ਲਾਅ ਦੇ ਜਿਹੜੇ ਸਟੂਡੈਂਟ ਦੇ ਲਈ, ਤਾਂ ਹੋਰ ਕਿਹੜੇ ਖੇਤਰ ਦੇ ਵਿੱਚ ਜਿਹੜਾ ਇਹ ਜਾਇਆ ਜਾ ਸਕਦਾ? ਸਰ ਜਿਵੇਂ CBI ਹੈ, CBI ਦੇ ਵਿੱਚ ਅਸਿਸਟੈਂਟ ਪ੍ਰੋਸੀਕਿਊਸ਼ਨ ਆਫਿਸਰ ਦੀ ਪੋਸਟ ਹੈ, ਉੱਥੇ ਜਾਇਆ ਜਾ ਸਕਦਾ ਹੈ। ਉਸ ਤੋਂ ਇਲਾਵਾ RBI ਦੇ ਵਿੱਚ ਲੀਗਲ ਮੈਨੇਜਰ ਜਿਹੜਾ ਉਹਦੀ ਪੋਸਟ ਹੈ, ਉੱਥੇ ਜਾਇਆ ਜਾ ਸਕਦਾ ਹੈ। ਉਸ ਤੋਂ ਇਲਾਵਾ SEBI ਦੇ ਵਿੱਚ ਸਟੇਟ ਐਕਸਚੇਂਜ ਬੋਰਡ ਆਫ ਇੰਡੀਆ ਦੇ ਵਿੱਚ ਉੱਥੇ ਵੀ ਲੀਗਲ ਆਫਿਸਰ ਦੀ ਪੋਸਟ ਹੈ, ਉੱਥੇ ਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਗਵਰਨਮੈਂਟ ਕੰਪਨੀਜ਼ ਹੈਗੀਆਂ। ਔਰ ਇੱਕ ਫੀਲਡ ਹੋਰ IAS ਦੀ, ਜਿਸ ਅਸੀਂ ਕਹਿੰਦੇ ਹਾਂ ਐਗਜ਼ਾਮ, ਉਹਦੇ 'ਚ ਇੱਕ ਇਲੈਕਟਿਵ ਸਬਜੈਕਟ ਲਾਅ ਹੁੰਦਾ ਹੈ। ਅਗਰ ਕਿਸੇ ਨੇ ਲਾਅ ਕੀਤੀ ਹੋਈ ਹੈ ਤਾਂ ਉਹਦੇ ਵਾਸਤੇ ਉਹ ਐਗਜ਼ਾਮ ਪਾਸ ਕਰਨਾ ਵੀ ਜਿਹੜਾ ਈਜ਼ੀ ਹੋ ਜਾਂਦਾ ਹੈ। ਜੀ ਜੀ। ਤਾਂ ਇਸ ਤੋਂ ਇਲਾਵਾ ਜਿਵੇਂ ਹੋਰ ਰੈਲੇਵੈਂਟ ਡਿਪਾਰਟਮੈਂਟਸ ਹੁੰਦੇ, ਜਿਵੇਂ ਸਟੇਟ ਇਲੈਕਟ੍ਰੀਸਿਟੀ ਬੋਰਡ ਹੋ ਗਿਆ, ਐਜੂਕੇਸ਼ਨ ਡਿਪਾਰਟਮੈਂਟ ਹੋ ਗਏ, ਸਟੇਟ ਟਰਾਂਸਪੋਰਟ ਕਾਰਪੋਰੇਸ਼ਨਸ ਹੋ ਗਈਆਂ, ਇਹਨਾਂ ਦੇ ਵਿੱਚ ਵੀ ਲੀਗਲ ਆਫਿਸਰਸ ਜਿਹੜੇ ਆ ਉਹਨਾਂ ਦੀ ਵੀ ਜ਼ਰੂਰਤ ਹੁੰਦੀ ਹੈ ਜੀ। ਅਤੇ ਆਮ ਭਾਸ਼ਾ 'ਚ ਜਿਹੜਾ ਸਰਕਾਰੀ ਵਕੀਲ ਕਿਹਾ ਜਾਂਦਾ ਹੈ, ਹਾਂਜੀ, ਅਤੇ ਕੀ ਉਹ ਵੀ ਇਸੇ ਤਰ੍ਹਾਂ ਹੀ ਐਗਜ਼ਾਮ ਪਾਸ ਕਰਕੇ ਹੀ ਬਣਦੇ ਨੇ? ਹਾਂਜੀ। ਅਤੇ ਉਹਦੇ ਲਈ ਕੀ ਪ੍ਰੋਸੈਸ ਹੁੰਦਾ ਹੈ? ਸਰ ਉਹਦੇ ਲਈ ਵੀ ਬਸ ਤੁਹਾਡੀ ਲਾਅ ਜਿਹੜੀ ਹੈ ਕੰਪਲੀਟ ਚਾਹੀਦੀ ਹੈ, ਪਲੱਸ ਐਕਸਪੀਰੀਅੰਸ ਚਾਹੀਦਾ ਤੁਹਾਨੂੰ ਐਜ਼ ਏ ਲਾਇਰ, ਤਾਂ ਤੁਸੀਂ ਜਿਹੜਾ ਐਗਜ਼ਾਮ ਹੈ ਉਹ ਦੇ ਸਕਦੇ ਹੋ ਜੀ। ਅੱਛਾ, ਸਰਕਾਰੀ ਨੌਕਰੀਆਂ ਤੋਂ ਇਲਾਵਾ ਮੇਰਾ ਖਿਆਲ ਹੈ ਪ੍ਰਾਈਵੇਟ ਜਿਹੜਾ ਜੌਬਸ ਨੇ ਜਾਂ ਕਾਰਪੋਰੇਟ ਸੈਕਟਰ ਦੇ ਵਿੱਚ ਵੀ ਜਿਹੜੇ ਲਾਅ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਕਾਫੀ ਡਿਮਾਂਡ ਰਹਿੰਦੀ ਹੈ ਜੀ। ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਨੌਕਰੀਆਂ ਮੌਜੂਦ ਨੇ? ਸਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਕੰਪਨੀਜ਼ ਹੈ, ਕੰਪਨੀਜ਼ ਦੇ ਵਿੱਚ ਲੀਗਲ ਆਫਿਸਰਸ ਦੀ ਜ਼ਰੂਰਤ ਹੁੰਦੀ ਹੈ, ਬੈਂਕਸ ਦੇ ਵਿੱਚ ਸਪੈਸ਼ਲਿਸਟ ਆਫਿਸਰਸ ਹੁੰਦੇ ਆ। RBI ਸਾਡਾ ਸਭ ਤੋਂ ਵੱਡਾ ਬੈਂਕ ਹੈ ਜੀ, ਉਹਦੇ 'ਚ ਵੀ ਲੀਗਲ ਆਫਿਸਰ ਦੀ ਜ਼ਰੂਰਤ ਹੈ, ਲੀਗਲ ਮੈਨੇਜਰ ਦੀ ਜ਼ਰੂਰਤ ਹੈ। ਉਸ ਤੋਂ ਇਲਾਵਾ ਹਰ ਬੈਂਕ ਦੇ ਵਿੱਚ ਇੱਕ ਪੈਨਲ ਬਣਿਆ ਹੁੰਦਾ ਲਾਇਰਸ ਦਾ, ਤਾਂ ਉੱਥੇ ਤੁਸੀਂ ਆਪਣਾ ਪੈਨਲ ਦੇ ਵਿੱਚ ਨਾਮ ਜਿਹੜਾ ਐਡ ਕਰਵਾ ਸਕਦੇ ਹੋ ਜੀ। ਜਿਹੜਾ ਇਹ ਸੁਣਨ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਫਲਾਂ ਵਕੀਲ ਜੋ ਹੈ ਉਹ ਸਾਡੇ ਟੈਕਸਿਸ ਨੇ ਉਹਨਾਂ ਦੇ ਐਕਸਪਰਟ ਨੇ,
ਫਲਾਂ ਵਕੀਲ ਜੋ ਹੈ ਉਹ ਕ੍ਰਿਮੀਨਲ ਜਿਹੜਾ ਲਾ ਹੈ ਉਹਦਾ ਐਕਸਪਰਟ ਹੈ, ਅਤੇ ਜਾਂ ਫਿਰ ਇਸ ਤਰ੍ਹਾਂ ਦੀ ਅਸੀਂ ਐਕਸਪਰਟੀਜ਼ ਸੁਣਦੇ ਹਾਂ। ਤਾਂ ਇਹ ਐਕਸਪਰਟੀਜ਼ ਕਦੋਂ ਸਟਾਰਟ ਹੁੰਦੀ ਹੈ ਅਤੇ ਕਿਵੇਂ ਜਿਹੜੀ ਕੀਤੀ ਜਾ ਸਕਦੀ ਹੈ? ਸਰ ਲਾਅ ਦੇ ਵਿੱਚ ਤਾਂ ਕਾਮਨ ਸਾਰੇ ਹੀ ਸਬਜੈਕਟ ਪੜ੍ਹਾਏ ਜਾਂਦੇ ਆ। ਉਸ ਤੋਂ ਬਾਅਦ ਤੁਹਾਡੀ ਮਾਸਟਰਸ ਹੁੰਦੀ ਹੈ ਜੀ। ਮਾਸਟਰ ਦੇ ਵਿੱਚ ਤੁਸੀਂ ਕੋਈ ਵੀ ਫੀਲਡ ਲੈ ਸਕਦੇ ਹੋ, ਜਿਵੇਂ ਕ੍ਰਿਮੀਨਲ ਹੋ ਗਿਆ, ਸਿਵਲ ਹੋ ਗਿਆ, ਫੈਮਿਲੀ ਮੈਟਰਸ ਹੋ ਗਏ, ਇਸ ਤਰ੍ਹਾਂ ਦੇ। ਅਦਰਵਾਈਜ਼ ਕਿਸੇ ਨੇ ਲਾਅ ਕਰਕੇ ਹੀ ਸਿਰਫ ਵਕੀਲ ਲੱਗਣਾ ਹੋਵੇ, ਕਿਉਂਕਿ ਮਾਸਟਰ ਜਿਹੜੀ ਉਹ ਇੱਕ ਵਕੀਲ ਵਾਸਤੇ ਕਰਨੀ ਜ਼ਰੂਰੀ ਨਹੀਂ ਹੈ, ਤਾਂ ਉਹ ਲਾਅ ਦੇ ਵਿੱਚ ਹੀ ਐਡੀਸ਼ਨਲ ਸਬਜੈਕਟ ਕੀਤਾ ਜਾ ਸਕਦਾ। ਜਿਵੇਂ ਇਨਕਮ ਟੈਕਸ ਦੀ ਕਰਨੀ ਹੈ ਤਾਂ ਇਨਕਮ ਟੈਕਸ ਦਾ, ਫੈਮਿਲੀ ਮੈਟਰਸ ਜਿਹੜੇ ਆ ਉਹ ਤਾਂ ਹੁੰਦੇ ਹੀ ਆ ਲਾਅ ਦੇ ਵਿੱਚ, ਕਰਵਾਏ ਜਾਂਦੇ ਆ। ਜੀ ਜੀ। ਅਤੇ ਜਿਹੜੇ ਐਕਸਪਰਟਸ ਬਣਦੇ ਆ ਉਹ ਮਤਲਬ ਕਿ LLM ਉਹਨਾਂ ਨੂੰ ਕਰਨੀ ਪੈਂਦੀ ਹੈ, ਫਿਰ ਉਸ ਤੋਂ ਬਾਅਦ ਜਿਹੜਾ ਉਹ ਉਸ ਫੀਲਡ ਦੇ ਐਕਸਪਰਟ ਬਣ ਸਕਦੇ। ਹਾਂਜੀ। ਅੱਛਾ, ਤੁਸੀਂ ਅਕੈਡਮਿਕਸ ਦੀ ਵੀ ਗੱਲ ਕੀਤੀ, ਤੁਸੀਂ ਖੁਦ ਵੀ ਇੱਕ ਜਿਹੜੇ ਐਸੋਸੀਏਟ ਪ੍ਰੋਫੈਸਰ ਹੋ, ਅਤੇ ਜੇਕਰ ਕੋਈ ਵਿਦਿਆਰਥੀ ਆ ਉਹ ਅਕੈਡਮਿਕਸ ਦੇ ਵਿੱਚ ਜਾਣਾ ਚਾਹੁੰਦਾ ਹੈ, ਟੀਚਿੰਗ ਦੇ ਵਿੱਚ ਜਾਣਾ ਚਾਹੁੰਦਾ, ਰਿਸਰਚ ਕਰਨਾ ਚਾਹੁੰਦਾ, ਤਾਂ ਉਹਦੇ ਲਈ ਕਿਹੋ ਜਿਹਾ ਸਕੋਪ ਹੈ ਲਾਅ ਕਰਨ ਤੋਂ ਬਾਅਦ? ਸਰ ਅਗਰ ਕੋਈ ਰਿਸਰਚ ਕਰਨਾ ਚਾਹੁੰਦਾ ਤਾਂ ਉਹਨੂੰ PhD ਕਰਨੀ ਪਏਗੀ ਲਾਅ ਦੇ ਵਿੱਚ ਜੀ। ਤਾਂ ਉਸ ਤੋਂ ਬਾਅਦ ਕਈ ਗਵਰਨਮੈਂਟ ਯੂਨੀਵਰਸਿਟੀਜ਼ ਹੈਗੀਆਂ ਨੇ, ਪ੍ਰਾਈਵੇਟ ਯੂਨੀਵਰਸਿਟੀਜ਼ ਹੈ, ਉੱਥੇ ਐਜ਼ ਏ ਅਸਿਸਟੈਂਟ ਪ੍ਰੋਫੈਸਰ ਕੰਮ ਸ਼ੁਰੂ ਕਰ ਸਕਦਾ ਹੈ ਆਪਣਾ। ਜੀ। ਤਾਂ ਜਿਹੜਾ ਅਸੀਂ ਸੁਣਦੇ ਹਾਂ ਕਿ ਦੂਜੇ ਸਬਜੈਕਟਸ ਹੁੰਦੇ ਉਹਨਾਂ ਦੇ ਵਿੱਚ UGC ਦਾ ਟੈਸਟ ਕਲੀਅਰ ਕਰਨਾ ਪੈਂਦਾ, ਜਾਂ ਕੀ ਲਾਅ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ? ਹਾਂਜੀ ਸਰ, ਮਾਸਟਰਸ ਕਰਨ ਤੋਂ ਬਾਅਦ ਤੁਹਾਨੂੰ UGC ਨੈਟ ਜਿਹੜਾ ਉਹ ਕਲੀਅਰ ਕਰਨਾ ਪੈਂਦਾ। ਇਹ ਐਲੀਜੀਬਿਲਟੀ ਹੈ ਹਾਂਜੀ ਤੁਹਾਡੀ, ਅਗਰ ਤੁਸੀਂ ਅਸਿਸਟੈਂਟ ਪ੍ਰੋਫੈਸਰ ਬਣਨਾ ਤਾਂ। ਜੀ। ਅਸੀਂ ਜਿਹੜੇ ਪੰਜਾਬ ਦੇ ਕੁਝ ਇੰਸਟੀਚਿਊਸ਼ਨ ਦੀ ਗੱਲ ਕੀਤੀ ਹੈ, ਇੰਡੀਆ ਦੇ ਵਿੱਚ ਚੰਗੇ ਪੱਧਰ ਦੇ ਜਿਹੜੇ ਇੰਸਟੀਚਿਊਟਸ ਕਿਹੜੇ ਨੇ ਜਿੱਥੋਂ ਕਿ ਲਾਅ ਦੀ ਪੜ੍ਹਾਈ ਕੀਤੀ ਜਾ ਸਕਦੀ ਹੈ, ਜਾਂ ਜੇ ਕੋਈ ਉੱਥੇ ਪੜ੍ਹਾਉਣਾ ਵੀ ਚਾਹੇ ਤਾਂ ਉਹ ਉਸ ਫੀਲਡ ਦੇ ਵਿੱਚ ਜਾ ਸਕਦਾ ਹੈ? ਜਿਸ ਤਰ੍ਹਾਂ ਸਰ ਸਭ ਤੋਂ ਪਹਿਲੇ ਮੈਂ ਦੱਸਿਆ ਨੈਸ਼ਨਲ ਲਾਅ ਯੂਨੀਵਰਸਿਟੀਜ਼ ਹੈਗੀਆਂ ਨੇ ਜੀ। ਬੈਂਗਲੁਰੂ ਹੋ ਗਿਆ, ਉਸ ਤੋਂ ਬਾਅਦ ਦਿੱਲੀ 'ਚ ਹੈਗੀ ਹੈ, ਹੈਦਰਾਬਾਦ 'ਚ ਹੈਗੀ ਹੈ, ਕਈ ਜਗ੍ਹਾ 'ਤੇ ਆਪਣੀ ਨੈਸ਼ਨਲ ਲਾਅ ਯੂਨੀਵਰਸਿਟੀਜ਼ ਹੈ, ਉੱਥੇ ਪੜ੍ਹਾਇਆ ਜਾ ਸਕਦਾ ਹੈ। ਉਸ ਤੋਂ ਬਾਅਦ ਕਈ ਪ੍ਰਾਈਵੇਟ ਯੂਨੀਵਰਸਿਟੀਜ਼ ਹੈਗੀਆਂ, ਉੱਥੇ ਪੜ੍ਹਾਇਆ ਜਾ ਸਕਦਾ। ਇਸ ਤੋਂ ਬਾਅਦ ਐਫੀਲੇਟਿਡ ਕਾਲਜਿਸ ਹੈਗੇ ਆ ਯੂਨੀਵਰਸਿਟੀਜ਼ ਦੇ ਨਾਲ, ਉੱਥੇ ਵੀ ਤੁਸੀਂ ਆਪਣੀ ਟੀਚਿੰਗ ਜੌਬ ਜਿਹੜੀ ਹੈ ਕੰਟੀਨਿਊ ਕਰ ਸਕਦੇ ਹੋ। ਅੱਛਾ, ਜਿਹੜਾ ਲਾਅ ਦੀ ਪੜ੍ਹਾਈ ਜਦੋਂ ਕਰਵਾਈ ਜਾਂਦੀ ਹੈ, ਕੋਈ LLB ਕਰਦਾ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਸਬਜੈਕਟਸ ਨੇ ਜਿਹੜੇ ਪੜ੍ਹਾਏ ਜਾਂਦੇ ਨੇ? ਸਰ ਮੇਨ ਤਾਂ ਜਿਵੇਂ ਦੇਸ਼ ਦਾ ਸਾਡੇ ਸੰਵਿਧਾਨ ਹੋ ਗਿਆ, ਉਸ ਤੋਂ ਇਲਾਵਾ ਫੈਮਿਲੀ ਲਾਜ਼ ਹੋ ਗਏ, ਕੰਟਰੈਕਟ ਐਕਟ ਹੋ ਗਿਆ, ਲਾਅ ਆਫ ਟੋਰਟਸ ਹੋ ਗਿਆ, ਪ੍ਰੋਪਰਟੀ ਲਾਜ਼ ਸਾਡੇ ਹੋ ਗਏ, ਕ੍ਰਿਮੀਨਲ ਲਾਅ ਹੋ ਗਏ, IPC ਹੋ ਗਿਆ, ਇੰਡੀਅਨ ਪੀਨਲ ਕੋਡ। ਇਹਦੇ ਸਾਨੂੰ ਓਫੈਂਸਿਸ ਦੱਸੀਆਂ ਜਾਂਦੀਆਂ ਨੇ ਵੀ ਕਿਹੜੀਆਂ, ਜਿਸ ਤਰ੍ਹਾਂ ਥੈਫਟ ਹੋ ਗਈ, ਰੋਬਰੀ ਹੋ ਗਈ, ਵੀ ਇਹ ਓਫੈਂਸ ਦੇ ਕੀ ਇਨਗਰੀਡੀਐਂਟਸ ਹੈ ਅਤੇ ਇਹਨਾਂ ਦੀ ਸਜ਼ਾ ਕੀ ਹੈ। ਅਤੇ ਇਹਦੇ ਨਾਲ ਹੀ ਇੱਕ CRPC ਹੋ ਗਿਆ, ਉਹਦੇ 'ਚ ਪ੍ਰੋਸੀਜਰ ਦੱਸਿਆ ਜਾਂਦਾ ਕਿ ਪੁਲਿਸ ਆਫਿਸਰ ਹੈ, ਅਗਰ ਕਿਸੇ ਨੇ ਕ੍ਰਾਈਮ ਕੀਤਾ ਤਾਂ ਉਹਨੂੰ ਅਰੈਸਟ ਕਿਵੇਂ ਕਰਨਾ ਹੈ, ਅਰੈਸਟ ਦਾ ਪ੍ਰੋਸੀਜਰ ਹੈ, ਫਿਰ ਉਹਨੂੰ ਕੋਰਟ 'ਚ ਕਦੋਂ ਪੇਸ਼ ਕਰਨਾ ਹੈ, ਜੱਜ ਕਿਹੜੇ ਪ੍ਰੋਸੀਜਰ ਦੇ ਥਰੂ ਉਹਨੂੰ ਪਨਿਸ਼ ਕਰੇਗਾ। ਇਹ ਸਾਰੀਆਂ ਚੀਜ਼ਾਂ ਕਾਨੂੰਨ ਦੀ ਪੜ੍ਹਾਈ 'ਚ ਪੜ੍ਹਾਈਆਂ ਜਾਂਦੀਆਂ। ਕਈ ਜਿਹੜੀਆਂ ਕੁੜੀਆਂ ਨੇ ਉਹ ਲਾਅ ਦੇ ਵਿੱਚ ਜਾਣਾ ਚਾਹੁੰਦੀਆਂ ਨੇ, ਜਾਂ ਕਈ ਕੁੜੀਆਂ ਐਡਮਿਸ਼ਨ ਵੀ ਲੈਂਦੀਆਂ ਨੇ ਲਾਅ ਦੇ ਵਿੱਚ, ਪਰ ਆਮ ਤੌਰ 'ਤੇ ਇਹ ਸਮਝਿਆ ਜਾਂਦਾ ਹੈ ਕਿ ਜਿਹੜਾ ਲਾਅ ਦਾ ਖੇਤਰ ਹੈ ਥੋੜ੍ਹਾ ਰਫ ਐਂਡ ਟਫ ਟਾਈਪ ਦਾ ਖੇਤਰ ਹੈ, ਸ਼ਾਇਦ ਕੁੜੀਆਂ ਲਈ ਉਹਨਾਂ ਸੂਟੇਬਲ ਨਹੀਂ ਹੈ। ਤੁਸੀਂ ਕੀ ਕਹੋਗੇ ਇਹਦੇ ਬਾਰੇ? ਸਰ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਇਹ ਬਹੁਤ ਪੁਰਾਣੀ ਗੱਲ ਹੋ ਗਈ ਕਿ ਇਹ ਕੁੜੀਆਂ ਦਾ ਖੇਤਰ ਨਹੀਂ ਹੈ। ਜੀ ਜੀ। ਮੈਂ ਆਪਣਾ ਹੀ ਇਹਦੇ 'ਚ ਐਕਸਪੀਰੀਅੰਸ ਦੱਸਣਾ ਚਾਹਾਂਗੀ ਕਿ ਜਦੋਂ ਮੈਂ ਲਾਅ ਦੀ ਪੜ੍ਹਾਈ ਕਰਨੀ ਸੀ ਤਾਂ ਸਿਰਫ ਮੇਰੇ ਫਾਦਰ ਮੇਰੇ ਨਾਲ ਸੀ, ਮਤਲਬ ਮੇਰੇ 2 ਬ੍ਰਦਰ ਹੈ, ਉਹ ਇਹ ਕਹਿੰਦੇ ਸੀ ਕਿ ਆਪਾਂ ਲਾਅ ਨਹੀਂ ਕਰਨੀ। ਉਦੋਂ ਕੀ ਮਾਈਂਡ ਸੈਟ ਸੀ ਕਿ B.Ed ਕਰੋ, ਟੀਚਰ ਲੱਗੋ, ਕੰਮ ਖਤਮ। ਜੀ ਜੀ। ਤਾਂ ਲਾਅ ਦੀ ਪੜ੍ਹਾਈ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਕੁੜੀਆਂ ਅੱਜ ਦੇਖੀਏ ਤਾਂ ਬਰਾਬਰ ਤਾਂ ਨਹੀਂ ਕਹਿ ਸਕਦੇ, ਬਟ ਫਿਰ ਵੀ ਕੁੜੀਆਂ ਕਾਫੀ ਇਸ ਫੀਲਡ 'ਚ ਆ ਗਈਆਂ। ਜੱਜਿਸ ਦੇ ਪੇਪਰ ਜੇ ਆਪਾਂ ਫੈਕਟਸ ਦੇਖੀਏ ਤਾਂ ਬਹੁਤ ਸਾਰੀਆਂ ਕੁੜੀਆਂ ਨੇ ਹੀ ਕਲੀਅਰ ਕੀਤੇ ਹੋਏ ਆ। ਤਾਂ ਇਹ ਅੱਜ ਦੀ ਗੱਲ ਨਹੀਂ ਹੈ ਕਿ ਕੁੜੀਆਂ ਵਾਸਤੇ ਫੀਲਡ ਜਿਹੜਾ ਸੂਟੇਬਲ ਨਹੀਂ ਹੈ। ਜੀ, ਅਸੀਂ ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਐਡਵੋਕੇਟਸ ਦੇਖਦੇ ਹਾਂ ਜਿਹੜੇ ਕਿ ਫੀਮੇਲ ਨੇ। ਇਸ ਤੋਂ ਇਲਾਵਾ ਹਾਈ ਕੋਰਟ, ਸੁਪਰੀਮ ਕੋਰਟ ਦੇ ਬਹੁਤ ਸਾਰੇ ਜੱਜਿਸ ਜਿਹੜੇ ਆ ਉਹ ਜਿਹੜੇ ਫੀਮੇਲ ਹੁੰਦੇ ਨੇ, ਅਤੇ ਉਹ ਬਹੁਤ ਬਿਹਤਰੀਨ ਮਤਲਬ ਕਿ ਜਿਹੜੇ ਜੂਰਿਸਟਸ ਹੁੰਦੇ ਨੇ। ਅਤੇ ਇਸ ਤੋਂ ਇਲਾਵਾ ਸਾਡੇ ਸਾਹਮਣੇ ਐਗਜ਼ਾਮਪਲ ਮੌਜੂਦ ਹੈ ਕਿ ਸਾਡੇ ਜਿਹੜੇ ਐਕਸਪਰਟ ਬੈਠੇ ਨੇ ਉਹ ਖੁਦ ਇੱਕ ਫੀਮੇਲ ਨੇ। ਤਾਂ ਇਹ ਮੇਰਾ ਖਿਆਲ ਇੱਕ ਅੱਛੀ ਐਗਜ਼ਾਮਪਲ ਹੈ ਉਹਨਾਂ ਦੇ ਲਈ, ਜਿਹੜੀਆਂ ਕੁੜੀਆਂ ਜਾਣਾ ਚਾਹੁੰਦੀਆਂ ਨੇ ਉਹਨਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ। ਜੇਕਰ ਲੇਡੀ ਐਡਵੋਕੇਟਸ ਸਾਡੇ ਸਮਾਜ ਦੇ ਵਿੱਚ ਜ਼ਿਆਦਾ ਹੋਣਗੀਆਂ ਤਾਂ ਜਿਹੜੀਆਂ ਔਰਤਾਂ ਦੇ ਨਾਲ ਅਪਰਾਧ ਹੁੰਦੇ ਨੇ ਸਾਡੇ ਸਮਾਜ ਦੇ ਵਿੱਚ, ਜਾਂ ਫਿਰ ਜਿਹੜੀਆਂ ਔਰਤਾਂ ਦੇ ਹੱਕ ਨੇ ਉਹਨਾਂ ਨੂੰ ਨਹੀਂ ਮਿਲ ਪਾਉਂਦੇ, ਤਾਂ ਉਹਦੇ ਵਿੱਚ ਕਾਫੀ ਚੇਂਜ ਆਏਗਾ। ਕਿਉਂਕਿ ਅਸੀਂ ਦੇਖਦੇ ਹਾਂ ਕਿ ਆਮ ਤੌਰ 'ਤੇ ਲੇਡੀਜ਼ ਕੋਰਟ ਦੇ ਵਿੱਚ ਇਸ ਕਰਕੇ ਜਾਣ ਤੋਂ ਝੱਕਦੀਆਂ ਹੁੰਦੀਆਂ ਨੇ ਕਿ ਉੱਥੇ ਜਿਹੜੇ ਮੇਲ ਐਡਵੋਕੇਟਸ ਹੋਣਗੇ ਉਹਨਾਂ ਸਾਹਮਣੇ ਉਹਨਾਂ ਨੂੰ ਬੜੀ ਸੈਂਸਿਟਿਵ ਗੱਲਾਂ ਕਰਨੀਆਂ ਪੈਣਗੀਆਂ। ਤਾਂ ਬੜੇ ਸੈਂਸਿਟਿਵ ਮਾਮਲੇ ਜਿਹੜੇ ਨੇ ਉਹ ਬੜੇ ਆਸਾਨੀ ਨਾਲ ਮੇਰਾ ਖਿਆਲ ਹੈ ਇੱਕ ਔਰਤ ਜਿਹੜੀ ਹੈ ਦੂਜੀ ਔਰਤ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਸ਼ੇਅਰ ਕਰ ਸਕਦੀ ਹੈ, ਅਤੇ ਉੱਥੇ ਉਹ ਕੰਫਰਟੇਬਲ ਵੀ ਮਹਿਸੂਸ ਕਰਦੀ ਹੈ। ਜੀ ਸਰ। ਅਤੇ ਅਖੀਰ ਦੇ ਵਿੱਚ ਜਾਂਦੇ ਜਾਂਦੇ ਤੁਸੀਂ ਜਿਹੜੇ ਲਾਅ ਦੇ ਸਟੂਡੈਂਟਸ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਰ ਜਿਨ੍ਹਾਂ ਨੇ ਲਾਅ ਦੀ ਪੜ੍ਹਾਈ ਕਰ ਲਈ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਇੱਕ ਤਾਂ ਸਭ ਤੋਂ ਪਹਿਲੇ ਆਪਣੇ ਕੰਮ ਦੇ ਪ੍ਰਤੀ ਜਿਹੜੇ ਆ ਓਨੈਸਟ ਰਹੋ ਜੀ।
ਓਨੈਸਟੀ ਦੇ ਨਾਲ ਕੰਮ ਕਰੋਗੇ ਤਾਂ ਤੁਸੀਂ ਇਸ ਫੀਲਡ ਦੇ ਵਿੱਚ ਬੜਾ ਲੰਬਾ ਜਾ ਪਾਓਗੇ। ਔਰ ਉਸ ਤੋਂ ਬਾਅਦ ਜਿਹੜੇ ਤੁਹਾਡੇ ਕੋਲ ਕਲਾਇੰਟਸ ਆ ਗਏ ਉਹਨਾਂ ਵਾਸਤੇ ਆਪਣੀ 100% ਜਿਹੜਾ ਲਗਾ ਦਿਓ ਉਸ ਕੇਸ ਨੂੰ ਕਰਨ ਵਾਸਤੇ। ਬਾਕੀ ਜੋ ਰਿਜ਼ਲਟ ਹੈ ਉਹ ਰਿਜ਼ਲਟ ਮੈਟਰ ਬਾਅਦ 'ਚ ਕਰੇਗਾ। ਅਗਰ ਤੁਸੀਂ 100% ਦਿਓਗੇ ਤਾਂ ਓਬਵੀਅਸਲੀ ਰਿਜ਼ਲਟ ਵੀ ਜਿਹੜੇ ਆ ਉਹ ਅੱਛੇ ਆਉਣਗੇ। ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਵਿਦਿਆਰਥੀ ਲਾਅ ਕਰ ਰਹੇ ਨੇ ਜਾਂ ਕਿਸੇ ਦੀ ਇੱਛਾ ਹੈ ਕਿ ਮੈਂ ਜਿਹੜਾ +2 ਤੋਂ ਬਾਅਦ ਲਾਅ ਪੜ੍ਹਨਾ ਚਾਹੁੰਦਾ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਿਹੜਾ ਮੈਂ ਲਾਅ ਕਰਨਾ ਚਾਹੂੰਗਾ, ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਆਪਣੀ ਇਸ ਸਟੇਜ 'ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਹਦੇ ਲਈ? ਮੈਂ ਇਹ ਕਹਿਣਾ ਚਾਹਾਂਗੀ ਕਿ ਲਾਅ ਦੀ ਪੜ੍ਹਾਈ ਹਰ ਇੱਕ ਵਾਸਤੇ ਬਹੁਤ ਜ਼ਰੂਰੀ ਹੈ ਜੀ। ਇਹ ਸਾਨੂੰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਕਰਦੀ ਹੈ। ਜਿਹੜੇ ਲਾਅ ਦੀ ਪੜ੍ਹਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਲੈਟ ਦਾ ਐਗਜ਼ਾਮ ਦੇ ਕੇ ਬਹੁਤ ਵਧੀਆ ਤਿਆਰੀ ਕਰਨੀ ਚਾਹੀਦੀ ਹੈ ਅਤੇ ਚੰਗੇ ਇੰਸਟੀਚਿਊਟ ਦੇ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਹੈ। ਡਾਕਟਰ ਗੁਰਪ੍ਰੀਤ ਕੌਰ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਅਤੇ ਸਾਡੇ ਸਰੋਤਿਆਂ ਨੂੰ ਲਾਅ ਦੇ ਖੇਤਰ ਦੇ ਵਿੱਚ ਕਿਹੋ ਜਿਹਾ ਜੌਬ ਪ੍ਰੋਸਪੈਕਟਸ ਨੇ, ਕਿਹੋ ਜਿਹਾ ਕਰੀਅਰ ਮੌਜੂਦ ਆ, ਉਹਦੇ ਬਾਰੇ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਰ।